ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੇਂਡੂ ਪੰਜਾਬ ਵਿੱਚੋਂ ਖਾਸ ਕਰਕੇ ਕਿਸਾਨੀ ਦੀ ਵੱਡੀ ਹਮਾਇਤ ਮਿਲਦੀ ਰਹੀ ਹੈ, ਪਿਛਲੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਉੱਤੇ ਇਸ ਦੀ ਪਹੁੰਚ ਵੱਖੋ ਵੱਖਰੀ ਰਹੀ ਹੈ ਅਤੇ ਕਹਿ ਸਕਦੇ ਹਾਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਆਰਡੀਨੈਂਸਾਂ 'ਤੇ ਯੂ ਟਰਨ ਲਈ ਹੈ। ਕਿਸਾਨੀ ਦਾ ਕਹਿਣਾ ਹੈ ਕਿ ਇਹ ਆਰਡੀਨੈਂਸਿਸ ਬਿਲਕੁਲ ਹੀ ਮੂਲੋਂ ਹੀ ਕਿਸਾਨੀ ਦੇ ਹੀ ਨਹੀਂ ਬਲਕਿ ਆਮ ਲੋਕਾਂ ਦੇ, ਛੋਟੇ ਕਾਰੋਬਾਰੀਆਂ ਦੇ ਖਿਲਾਫ ਹਨ। ਆਮ ਮਨੁੱਖ ਦੀ ਲੁੱਟ ਵਧੇਗੀ। ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਕਿਸਾਨ ਪੱਖੀ ਕਿਹਾ ਜਾਂਦਾ ਰਿਹਾ ਅਤੇ ਇਹ ਵੀ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿਸਾਨਾਂ ਨੂੰ ਮਰਜ਼ੀ ਦੀ ਮੰਡੀ ਵਿੱਚ ਆਪਣੀਆਂ ਜਿਣਸਾਂ ਵੇਚਣ ਦਾ ਮੌਕਾ ਮਿਲੇਗਾ। ਖੈਰ, ਹੁਣ ਅਕਾਲੀ ਦਲ ਨੇ ਆਪਣੀ ਪਹੁੰਚ ਬਦਲ ਲਈ ਹੈ। ਲੋਕ ਇਸ ਨੂੰ ਯੂ ਟਰਨ ਕਹਿ ਰਹੇ ਹਨ। ਅਕਾਲੀ ਦਲ ਦੀ ਖੇਤੀ ਆਰਡੀਨੈਂਸਾਂ ਪ੍ਰਤੀ ਪਹੁੰਚ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨਾਲ। ਡਾਕਟਰ ਦਲਜੀਤ ਸਿੰਘ ਚੀਮਾ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਬੋਲ ਚੁੱਕੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇਹ ਦਾਅਵਾ ਕਰਦਾ ਰਿਹਾ ਕਿ ਇਹ ਖੇਤੀ ਆਰਡੀਨੈਂਸ ਕਿਸਾਨੀ ਦੇ ਹੱਕ ਵਿੱਚ ਨੇ, ਕਿਸਾਨ ਕਿਤੇ ਵੀ ਆਪਣੀ ਜਿਣਸ ਵੇਚ ਸਕਣਗੇ, ਜਦੋਂ ਕਿ ਇਹ ਇੰਨਾ ਸੰਭਵ ਨਹੀਂ ਹੈ। ਅਤੇ ਲੋਕਾਂ ਦਾ ਇਹ ਸਵਾਲ ਹੈ ਕਿ ਮਾਫ਼ ਕਰਨਾ, ਮੈਂ ਤੁਹਾਡੀ ਪਾਰਟੀਆਂ ਦੇ ਆਗੂਆਂ ਦੇ ਨਾਲ ਲਵਾਂਗੀ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਅਤੇ ਮਨਪ੍ਰੀਤ ਸਿੰਘ ਬਾਦਲ ਬਹੁਤ ਵੱਡੇ ਕਿਸਾਨ ਨੇ, ਬਹੁਤ ਵੱਡੇ ਜ਼ਿਮੀਂਦਾਰ ਨੇ। ਉਹ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਨੇ, ਉਹ ਕੌਮਾਂਤਰੀ ਮੰਡੀ 'ਚ ਆਪਣੀ ਫਸਲ ਲਿਜਾ ਸਕਦੇ ਨੇ। ਛੋਟੀ ਕਿਸਾਨੀ ਲਈ ਇਹ ਸੰਭਵ ਨਹੀਂ ਹੈ। ਅਤੇ ਤੁਸੀਂ ਇਹਨਾਂ ਨੂੰ ਕਿਵੇਂ ਲੈਂਦੇ ਰਹੇ? ਪਹਿਲਾਂ ਤੁਹਾਡੀ ਪਹੁੰਚ ਵੱਖਰੀ ਰਹੀ ਅਤੇ ਹੁਣ ਇੱਕਦਮ ਬਦਲ ਗਈ ਹੈ। ਦੇਖੋ, ਗੱਲ ਇਹ ਹੈ ਕਿ ਜਿਹੜੇ ਆਰਡੀਨੈਂਸ ਹੈ 3 ਜੀ, ਜਿਸ ਦਿਨ ਪੇਸ਼ ਹੋਏ ਸੀਗੇ, ਪਹਿਲੀ ਤਾਂ ਗੱਲ ਹੈ ਕੇਂਦਰ ਸਰਕਾਰ ਨੇ ਜਿਹੜਾ APMC ਐਕਟ ਦੇ ਵਿੱਚ ਸੋਧਾਂ ਵਾਸਤੇ ਆਰਡੀਨੈਂਸ ਹੋਣ ਲਿਆਂਦਾ ਜੀ। ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ 'ਤੇ ਕਿਰਪਾ ਪਹਿਲਾਂ ਕੀਤੀ ਹੋਈ ਹੈ। ਜਿਹੜੀਆਂ ਚੀਜ਼ਾਂ ਇਸ APMC ਐਕਟ ਦੇ ਵਿੱਚ ਹੁਣ ਸੋਧਾਂ ਇਸ ਆਰਡੀਨੈਂਸ ਦੇ ਵਿੱਚ ਤਜਵੀਜ਼ ਕੀਤੀਆਂ ਸੀ, ਉਹ ਚਾਰੇ ਚੀਜ਼ਾਂ 2017 ਦੇ ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੋਧਾਂ ਕੀਤੀਆਂ ਸੀ, ਚਾਰੇ ਚੀਜ਼ਾਂ ਲਾਗੂ ਕੀਤੀਆਂ। ਪ੍ਰਾਈਵੇਟ ਮੰਡੀ ਕੋਈ ਬਣਾਉਣਾ ਚਾਹਵੇ ਬਣਾ ਸਕਦਾ, ਜੇ ਕੋਈ ਕਿਸਾਨਾਂ ਤੋਂ ਸਿੱਧੀ ਖਰੀਦ ਕਰਨੀ ਚਾਹਵੇ ਕਰ ਸਕਦਾ, ਟ੍ਰੇਡਿੰਗ ਸ਼ੁਰੂ ਕਰਨੀ ਹੋਵੇ ਤਾਂ ਹੋ ਸਕਦੀ ਹੈ। 33 ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੀ ਹੈ, ਔਰ ਸਾਰੇ ਪੰਜਾਬ ਦਾ ਇੱਕ ਲਾਇਸੈਂਸ ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹ ਲੈ ਸਕਦਾ। ਇਹ ਸਾਰੀਆਂ ਸੋਧਾਂ ਜਿਹੜੀਆਂ ਹੈਗੀਆਂ, ਇਹ ਡਾਕੂਮੈਂਟ ਵੀ ਮੇਰੇ ਕੋਲ ਆ। ਜੀ ਜੀ। ਇਹ ਚਾਰੇ ਚੀਜ਼ਾਂ ਪੰਜਾਬ ਦੀ ਕੈਬਨਿਟ ਨੇ ਪਾਸ ਕੀਤੀਆਂ, ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕੀਤੀਆਂ, ਪੰਜਾਬ ਦੇ ਵਿੱਚ ਲਾਗੂ ਨਹੀਂ। ਪਰ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਇੱਕ ਜਿਹੜੀ ਹੈਗੀ ਹੈ, ਇਹ ਨਹੀਂ ਹੁੰਦਾ ਕਿ ਇੱਕ ਚੀਜ਼ ਦੇ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ। ਪਹਿਲਾਂ ਤਾਂ ਮੈਂ ਤੁਹਾਨੂੰ ਬੈਕਗਰਾਉਂਡ ਦੱਸਣੀ ਚਾਹੁੰਦਾ ਜੀ ਜੀ। ਵੀ ਤੁਸੀਂ ਕਿਹਾ ਕਿ ਅਕਾਲੀ ਦਲ ਆਰਡੀਨੈਂਸ ਦੇ ਹੱਕ 'ਚ ਹੈ, ਕਾਂਗਰਸ ਸਾਡੇ ਤੋਂ ਅੱਗੇ ਹੈ, ਕਾਂਗਰਸ ਪਾਸ ਕਰੀ ਬੈਠੀ ਹੈ। ਪਹਿਲਾਂ ਤਾਂ ਐਜ਼ ਏ ਮੀਡੀਆ, ਐਜ਼ ਏ ਜਰਨਲਿਸਟ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਬੇਈਮਾਨ ਕੌਣ ਹੈ? ਜੇ ਤਾਂ ਇਹ ਆਰਡੀਨੈਂਸ ਮਾੜੇ ਸੀ ਤੇ ਸਭ ਤੋਂ ਵੱਡੀ ਜਿਹੜੀ ਹੈ ਬੇਈਮਾਨ ਪਾਰਟੀ ਦੇਸ਼ ਦੇ ਵਿੱਚ ਕਾਂਗਰਸ ਹੈ ਜੀ। ਇਹ ਕਾਂਗਰਸ ਦਾ 2019 ਦਾ ਲੋਕ ਸਭਾ ਦਾ ਮੈਨੀਫੈਸਟੋ ਹੈ। ਮੈਂ ਤੁਹਾਡੇ ਹੱਥ 'ਚ ਵੀ ਕਾਪੀ ਦੇਣਾ, ਪੜ੍ਹਨ ਲੱਗਿਆ ਗਲਤੀ ਨਾ ਹੋ ਜੇ। ਇਹਦੇ ਵਿੱਚ 11 ਨੰਬਰ 'ਤੇ ਪੜ੍ਹੋ, ਕਾਂਗਰਸ ਨੇ ਕਿਹਾ ਕਾਂਗਰਸ ਵਿਲ ਰਿਪੀਲ ਦਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ। ਇਹ ਤਾਂ ਆਰਡੀਨੈਂਸ ਦੇ ਵਿੱਚ ਤਾਂ ਸੋਧ ਦੀ ਗੱਲ ਕੀਤੀ ਗਈ ਹੈ। ਇਹਨਾਂ ਨੇ ਤੇ ਸ਼ੁਕਰ ਕਰੋ ਫਿਰ ਰੱਬ ਦਾ ਵੀ ਕਾਂਗਰਸ ਪਾਰਟੀ ਦੇਸ਼ 'ਚ ਆਈ ਨਹੀਂ। ਇਹਨਾਂ ਨੇ ਤੇ APMC ਐਕਟ ਦਾ ਭੋਗ ਪਾਇਆ ਜਾਏਗਾ, ਇਹ ਸ਼ਬਦ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਲਿਖੇ ਹੋਏ ਸੀ। ਇਸ ਕਰਕੇ ਜਿਹੜੀ ਰਾਏ ਬਣਦੀ ਹੈ ਨਾ ਕਿ ਆਰਡੀਨੈਂਸ ਗਲਤ ਸੀਗੇ, ਆਰਡੀਨੈਂਸ ਨੂੰ ਚੰਗੀ ਤਰ੍ਹਾਂ ਦੇ ਨਾਲ ਪੁੱਟ ਅਪ ਨਹੀਂ ਕੀਤਾ ਜਾ ਸਕਿਆ। ਭਰਮ ਭੁਲੇਖੇ ਸ਼ੰਕੇ ਜਿਹੜੇ ਕਿਸਾਨੀ ਦੇ ਮਨ ਦੇ ਵਿੱਚ, ਖਾਸ ਕਰਕੇ MSP ਬੰਦ ਹੋ ਜਾਏਗੀ ਜਿਹੜਾ ਪ੍ਰਚਾਰ ਹੋਇਆ, ਅਸੀਂ ਆਪਣੇ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦਾ ਤੇ MSP ਦਾ ਕੋਈ ਸੰਬੰਧ ਨਹੀਂ। ਦੇਸ਼ ਦੇ ਖੇਤੀਬਾੜੀ ਮੰਤਰੀ ਨੇ 2 ਵਾਰੀ ਪ੍ਰੈਸ ਕਾਨਫਰੰਸ ਕੀਤੀ, ਲੇਕਿਨ ਕਈ ਵਾਰੀ ਤੁਹਾਡਾ ਵਿਊ ਪੁਆਇੰਟ ਨਹੀਂ ਕੈਰੀ ਹੁੰਦਾ। ਅਸੀਂ ਇਸ ਕਰਕੇ ਜਿਹੜੀ ਹੈ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਇਹ ਤੁਸੀਂ ਆਰਡੀਨੈਂਸ ਕਿਸਾਨੀ ਦੇ ਭਲੇ ਵਾਸਤੇ ਬਣਾਇਆ, ਜਿਹਦੇ ਭਲੇ ਵਾਸਤੇ ਬਣਾਇਆ ਉਹ ਸੜਕਾਂ 'ਤੇ ਹੈ ਤੇ ਕਾਹਲੀ ਕਾਹਦੀ ਹੈ, ਪਹਿਲਾਂ ਉਹਨੂੰ ਸੰਤੁਸ਼ਟ ਕਰ। ਇਸ ਕਰਕੇ ਕਾਂਗਰਸ ਨੇ ਜਿਹੜਾ ਕੰਮ ਕੀਤਾ ਨਾ, ਬੜਾ ਵੱਡਾ ਵਿਸ਼ਵਾਸਘਾਤ ਹੈ। ਸਰਦਾਰ ਮਨਟੇਕ ਸਿੰਘ ਆਹਲੂਵਾਲੀਆ ਸਾਹਿਬ ਦੀ ਰਿਪੋਰਟ ਹੈ ਜੀ ਜੀ।
ਇਹ ਸਾਰੇ ਆਰਡੀਨੈਂਸ ਜਿਹੜੇ ਤਿੰਨੇ ਆ ਇਹਨਾਂ ਨੂੰ ਸਪੋਰਟ ਕਰਨ ਵਾਸਤੇ ਇਹਨਾਂ ਦੀਆਂ ਰეკਮੈਂਡੇਸ਼ਨਾਂ ਭਰੀਆਂ ਪਈਆਂ, ਤਿੰਨੇ ਆਰਡੀਨੈਂਸ ਦੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੇ ਮਹਿਕਮਿਆਂ ਨੂੰ ਚਿੱਠੀ ਦੇ ਕੇ ਭੇਜ ਦਿੱਤੀਆਂ ਕਿ ਇਹ APMC ਐਕਟ ਦੀਆਂ ਜਿਹੜੀਆਂ ਸੋਧਾਂ ਉਹ ਲਾਗੂ ਕਰੋ। ਫਿਰ ਹੋਰ ਧੋਖਾ ਹੋ ਗਿਆ ਕਿ ਜਿਹੜੀ ਮੁੱਖ ਮੰਤਰੀਆਂ ਦੀ ਕਮੇਟੀ ਬਣੀ, ਹਾਈ ਪਾਵਰਡ ਕਮੇਟੀ ਜੀ ਦਿੱਲੀ ਦੇ ਵਿੱਚ, ਤੇ ਸਾਨੂੰ ਬੜਾ ਵੱਡਾ ਮਾਣ ਉਹਦੇ 'ਚ ਮਿਲਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਉਸ ਕਮੇਟੀ ਦੇ ਮੈਂਬਰ ਸੀ ਜੀ। ਹੁਣ ਜਿਹੜੀ ਕਮੇਟੀ ਦੀ ਰਿਪੋਰਟ ਦੇ ਉੱਤੇ ਇਹ ਆਰਡੀਨੈਂਸ ਬਣੇ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਬਣਾਉਣ ਦੇ ਵਿੱਚ ਜਿਹੜੇ ਹੈਗੇ ਆ ਆਪ ਮੋਹਰੀ ਸੀਗੇ ਸਾਡਾ ਸੂਬਾ ਨਹੀਂ। ਪਰ ਹੁਣ ਦੇਖੋ ਜਿਹੜੀ ਗੱਲ ਹੈ, ਸਾਡੇ ਵਿੱਤ ਮੰਤਰੀ ਸਾਹਿਬ ਬੰਬੇ ਦੇ ਵਿੱਚ ਮੀਟਿੰਗਸ ਅਟੈਂਡ ਕਰਕੇ ਆਏ ਆ, ਤੇ ਉਹ ਜਿਹੜੀਆਂ ਰეკਮੈਂਡੇਸ਼ਨ ਦੇ ਬੇਸ ਦੇ ਉੱਤੇ ਜੇ ਆਰਡੀਨੈਂਸ ਲਾਗੂ ਹੁੰਦਾ ਹੈ, ਤੇ ਹੁਣ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਲਾਗੂ ਕਰਕੇ ਮਨਟੇਕ ਸਿੰਘ ਆਹਲੂਵਾਲੀਆ ਕਮੇਟੀ ਰਿਪੋਰਟ ਲਾਗੂ ਕਰਕੇ ਆਪ ਹਾਈ ਪਾਵਰਡ ਕਮੇਟੀ ਦੇ ਮੈਂਬਰ ਬਣ ਕੇ ਤੇ ਹੁਣ ਝੂਠ ਬੋਲਣ, ਤੇ ਫਿਰ ਦੱਸੋ ਇਹਦੇ 'ਚ ਕਿਸਾਨ ਦਾ ਕੀ ਕਸੂਰ ਹੈ? ਨਹੀਂ, ਪਰ ਮੈਂ ਤਾਂ ਤੁਹਾਡਾ ਧਿਆਨ ਉਹਨਾਂ ਗੱਲਾਂ ਵੱਲ ਜਿਹੜਾ, ਕਿਉਂਕਿ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਸੀ ਕਿ ਅਸੀਂ ਇਹਦੇ ਫਾਇਦੇ ਦੱਸ ਰਹੇ ਹਾਂ ਤੁਹਾਨੂੰ ਇਹਨਾਂ ਆਰਡੀਨੈਂਸਸ ਦੇ, ਮੀਡੀਆ 'ਚ ਸੁਰਖੀਆਂ। ਹਾਂ ਮੇਰੀ ਗੱਲ ਮੈਨੂੰ ਪੂਰੀ ਗੱਲ ਕਹਿਣ ਦਿਓ ਕਿ ਉਹ ਸੁਰਖੀਆਂ ਬਣਦੀਆਂ ਰਹੀਆਂ ਨੇ ਪਹਿਲੇ ਪੇਜਾਂ 'ਤੇ ਪੰਜਾਬੀ ਮੀਡੀਆ 'ਚ, ਉਹ ਖਬਰਾਂ ਲੱਗੀਆਂ ਨੇ ਪ੍ਰਿੰਟ ਮੀਡੀਆ ਵਿੱਚ, ਤੇ ਅੱਜ ਸੁਖਬੀਰ ਬਾਦਲ ਹੋਰਾਂ ਦਾ ਕਹਿਣਾ ਕਿ ਇਹਦੇ ਵਿਰੋਧ ਵਿੱਚ, ਅਸੀਂ ਬਿੱਲ ਦੇ ਵਿਰੋਧ ਵਿੱਚ ਵੋਟਾਂ ਪਾਵਾਂਗੇ। ਗੁਜਰਾਲ ਜੀ ਨੇ ਵਿਪ ਜਾਰੀ ਕੀਤਾ। ਉਹਦਾ ਕਾਰਨ ਹੈ ਕਿ ਅਸੀਂ ਕਿਹਾ ਕਿ ਤੁਸੀਂ ਹੁਣ ਇਸ ਸਟੇਜ ਦੇ ਉੱਤੇ ਆ ਕੇ ਕਾਹਲੀ ਕਰ ਰਹੇ। ਅਸੀਂ ਬੇਨਤੀ ਵੀ ਕੀਤੀ ਜਾ ਕੇ ਯੂਨੀਅਨ ਕੈਬਨਿਟ ਨੂੰ, BJP ਦੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ, ਉਹਨਾਂ ਨੇ ਕਿਹਾ ਵੀ ਹੈ ਕੱਲ੍ਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਨੂੰ ਉਹਨਾਂ ਦਾ ਡੈਲੀਗੇਸ਼ਨ ਮਿਲਿਆ। ਅਸੀਂ ਕਿਹਾ ਸੀ ਕਿ ਦੇਸ਼ ਦਾ ਅੰਨਦਾਤਾ ਸੜਕਾਂ 'ਤੇ, ਤੁਸੀਂ ਕਹਿ ਰਹੇ ਹੋ ਤਿੰਨੇ ਆਰਡੀਨੈਂਸ ਹੈ, ਅਸੀਂ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਹਿੱਤ ਦੇ ਵਿੱਚ, ਪਰ ਜੇ ਹਾਲੇ ਕਿਸਾਨ ਦੀ ਪਕੜ ਦੇ ਵਿੱਚ ਇਹ ਚੀਜ਼ਾਂ ਨਹੀਂ ਆਈਆਂ, ਉਹਦਾ ਤੌਖਲਾ, ਉਹਦੇ ਸ਼ੰਕੇ ਹੈ, ਜੋ ਚਾਹੁੰਦਾ ਕਿ ਕੁਝ ਚੀਜ਼ਾਂ ਰੀਰਾਈਟ ਕੀਤੀਆਂ ਜਾਣ ਤਾਂ ਕੋਈ ਨੁਕਸਾਨ ਨਹੀਂ ਹੈ। ਦੇਸ਼ ਦੀ ਸਰਕਾਰ ਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਅੰਨਦਾਤਾ ਦਾ ਬਹੁਤ ਵੱਡਾ ਰੋਲ ਹੈ, ਔਰ ਪੰਜਾਬ ਦਾ ਕਿਸਾਨ ਹਮੇਸ਼ਾ ਦੇਸ਼ ਦੇ ਵਿੱਚ ਮੋਹਰੀ ਰਿਹਾ। ਅਸੀਂ ਉਸ ਗੱਲ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਇੱਥੇ ਸਟੈਂਡ ਨਹੀਂ ਕਰਾਂ। ਨਹੀਂ, ਪਰ ਸਾਡੇ ਕੋਲ ਜਿਹੜਾ ਬਿਹਾਰ ਦਾ ਪਹਿਲਾਂ ਤਜਰਬਾ ਆ ਖੁੱਲੀ ਮੰਡੀ ਦਾ, ਉਹ ਬਹੁਤਾ ਸਫਲ ਨਹੀਂ ਹੋਇਆ, ਤੇ ਖੁੱਲੀ ਮੰਡੀ ਉਹਦੀ ਸਫਲ ਹੋ ਜਾਣਾ ਕੋਈ ਸੰਭਵ ਹੀ ਨਹੀਂ ਹੈ। ਤੇ ਫਿਰ ਸਵਾਲ ਉਹੀ ਆ ਜਾਂਦਾ ਕਿ ਜੋ ਵੱਡੇ ਜ਼ਿਮੀਂਦਾਰ ਨੇ ਉਹ ਕੈਲੀਫੋਰਨੀਆ ਤੱਕ ਆਪਣੀ ਫਸਲ ਲਿਜਾ ਸਕਦੇ ਨੇ, ਤੇ ਛੋਟੇ ਕਿਸਾਨ ਦੇ ਜਿਹੜੇ 2.5 ਏਕੜ 80% ਦੇ ਕਿਸਾਨ। ਹੁਣ ਮੇਰੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਾਓ, ਮੈਂ ਜਾਵਾਂਗੀ, ਉਹਨਾਂ ਨੂੰ ਪੁੱਛੋ ਵੀ ਤੁਸੀਂ ਖੁੱਲੀ ਮੰਡੀ ਦਾ ਕਾਮਯਾਬ ਨਹੀਂ ਹੈ ਤਾਂ ਤੁਸੀਂ APMC ਐਕਟ ਨੂੰ ਖਤਮ ਕਰਨ ਦਾ ਕੀ ਸੋਚ ਕੇ ਸਾਰੇ ਦੇਸ਼ ਦੇ ਵਿੱਚ ਲਿਖਿਆ ਗਿਆ? ਨਹੀਂ, ਇਹ ਆਰਡੀਨੈਂਸ ਤਾਂ ਖੁੱਲੀ ਮੰਡੀ ਖਤਮ ਨਹੀਂ ਕਰ ਰਿਹਾ। ਇਹ ਜਿਹੜਾ ਹੈਗਾ ਆਰਡੀਨੈਂਸ, ਇਹ ਤਾਂ APMC ਐਕਟ ਨੂੰ ਰੈਕੋਗਨਾਈਜ਼ ਕਰਕੇ ਉਹਨੂੰ ਇੱਜ਼ਤ ਦੇ ਕੇ ਕਿ ਐਜ਼ ਸੱਚ ਜਿਵੇਂ APMC ਐਕਟ ਦੇ ਅੰਡਰ ਮੰਡੀਆਂ ਬਣੀਆਂ, ਇਹ ਮੰਡੀਆਂ ਬਣੀਆਂ ਰਹਿਣਗੀਆਂ। ਉਸ ਤੋਂ ਇਲਾਵਾ ਜੇ ਕੋਈ ਵਪਾਰੀ ਡਾਇਰੈਕਟ ਕਿਸਾਨ ਤੋਂ ਖਰੀਦਣਾ ਚਾਹਵੇ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਹ ਐਕਟ ਪਾਸ ਕੀਤਾ, ਇਹ ਤਾਂ ਉਹ ਕਹਿੰਦਾ ਹੈ ਕਿ ਮੰਡੀਆਂ ਬਣੀਆਂ ਰਹਿਣਗੀਆਂ, ਤੇ ਇਸ ਤੋਂ ਇਲਾਵਾ ਕੋਈ ਹੋਰ ਖਰੀਦਣਾ ਚਾਹਵੇ ਤੇ ਉਹ ਖਰੀਦ ਲੈ, ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ। ਇਹ ਜਿਹੜਾ ਬੰਦ ਕਰਨ ਵਾਲਾ, ਇਹ ਕੈਪਟਨ ਸਾਹਿਬ ਨੂੰ ਪੁੱਛੋ। ਮੈਂ ਕੱਲ ਦੇਖੋ ਨਾ, ਕੱਲ ਦੇਖੋ, ਮੈਂ ਤੁਹਾਡੇ ਕੋਲੇ ਤੁਹਾਡਾ ਪੱਖ ਜਾਣਨ ਆਈਆਂ ਨਾ ਕਿ ਮੈਂ ਤੁਹਾਨੂੰ ਸਹੀ ਗਾਈਡ ਵੀ ਕਰ ਰਿਹਾ ਨਾਲ ਦੀ ਨਾਲ, ਕਿਆ ਤੁਹਾਨੂੰ ਮੈਂ ਡਾਕੂਮੈਂਟ ਦੇ ਕੇ ਮਜ਼ਬੂਤ ਵੀ ਕਰ ਰਿਹਾ। ਸਾਡੇ ਕੋਲੇ ਆਲਰੇਡੀ ਇਹ ਤੁਸੀਂ ਲੈ ਕੇ ਇਹਨਾਂ ਕੋਲੇ ਜਾਓ ਵੀ ਥੋੜਾ ਝੂਠ ਬੋਲੋ, ਥੋੜਾ ਕੁਫਰ ਤੋਲੋ, ਸਾਰਾ ਕੁਝ ਜਿਹੜਾ ਬੇੜਾ ਗਰਕ ਕਰਕੇ, ਤੇ ਹੁਣ ਤੁਸੀਂ ਕਿਸਾਨਾਂ ਦੇ ਹਮਦਰਦ ਨਹੀਂ ਬਣ ਸਕਦੇ। ਇਹ ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਕਾਂਗਰਸ ਦੇ ਨਹੀਂ, ਪਰ ਇਸ ਵੇਲੇ ਸੜਕਾਂ ਤੇ ਜਿਹੜਾ ਕਿਸਾਨ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੁਹਾਡੇ ਲੀਡਰਾਂ ਦੇ ਨਾਂ ਲੈ ਕੇ ਬੋਲ ਰਹੇ, ਉਹਦੇ ਬਾਰੇ ਕੀ ਆਖੋਗੇ? ਚੰਗੀ ਗੱਲ ਹੈ, ਉਹਨਾਂ ਨੂੰ ਆਸ ਹੀ ਸਾਡੇ ਤੋਂ। ਹੁਣ ਤੱਕ ਜੇ ਕੁਝ ਕੀਤਾ, ਇਹ ਮੰਡੀਕਰਨ ਜਿਹੜੀ ਤੁਸੀਂ ਵਾਰ-ਵਾਰ ਗੱਲ ਕਰਦੇ ਹੋ, ਬਣਾਇਆ ਕਿੰਨੇ ਸੀਗਾ? ਇਹ ਸਾਰੀ ਅਕਾਲੀ ਸਰਕਾਰਾਂ ਦੀ ਦੇਣ ਹੈ ਕਿ ਦੇਸ਼ ਦੇ ਵਿੱਚ ਵੀ ਕੀ ਏਸ਼ੀਆ ਦੇ ਵਿੱਚ ਸਭ ਤੋਂ ਵਧੀਆ ਜੇ ਮਾਰਕੀਟਿੰਗ ਸਿਸਟਮ ਹੈਗਾ ਤੇ ਸਾਡਾ ਹੈਗਾ। ਨਹੀਂ, ਪਰ ਫਿਰ ਤੁਸੀਂ ਇਸ ਕਰਕੇ ਜੇ ਸਾਡੇ ਨਾਲ ਕਿਸਾਨੀ ਜੁੜੀ ਹੋਈ ਹੈ ਤੇ ਸਾਡੇ ਨਾਲ ਉਹਨਾਂ ਦਾ ਲੜਨਾ ਪਹਿਲਾ ਹੱਕ ਹੈ। ਅਸੀਂ ਉਹਨਾਂ ਦੇ ਹੱਕ ਨੂੰ ਕਰਕੇ, ਉਹਨਾਂ ਦਾ ਜਿਹੜਾ ਆਪਣਾਪਣ ਹੈ ਸਾਡੇ ਨਾਲ, ਇਸੇ ਕਰਕੇ ਅਸੀਂ ਐਡਾ ਵੱਡਾ ਸਟੈਂਡ ਜਿਹੜਾ ਕੇਂਦਰ ਦੇ ਵਿੱਚ ਲਿਆ, ਕੋਈ ਹੋਰ ਪਾਰਟੀ ਲੈ ਨਹੀਂ ਸਕਦੀ। ਨਹੀਂ, ਪਰ ਅਸੀਂ ਪਹਿਲਾਂ ਜਿਹੜੀ ਸੱਚਾਈ ਆ ਉਹਨੂੰ ਜਿਹੜੀ ਹੈ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਿਸਾਨ ਦਾ ਇੱਕ ਆਪਣਾ ਸੁਭਾਅ ਹੈਗਾ, ਜੇ ਗੱਲਾਂ ਹਾਲੇ ਨਹੀਂ ਐਡੀ ਛੇਤੀ ਕਲੀਅਰ ਹੁੰਦੀਆਂ, ਕਾਹਲੀ ਆ, ਤਾਂ ਅਸੀਂ ਕਿਸਾਨ ਨਾਲ ਹੀ ਖੜੇ ਹਾਂ। ਤੁਹਾਨੂੰ ਕਿਸਾਨੀ ਤੇ ਜਾਂ ਕਿਸਾਨ ਲੀਡਰਸ਼ਿਪ ਤੇ, ਉਹਨਾਂ ਦੇ ਕੈਲੀਬਰ ਤੇ ਭਰੋਸਾ ਨਹੀਂ? ਕਿਹਨਾਂ ਤੇ? ਕਿਸਾਨੀ ਤੇ। ਕਿਸਾਨੀ ਤੇ ਕਿਸਾਨੀ ਜਦੋਂ ਸੜਕਾਂ ਤੇ ਆਈ ਹੋਈ ਹੈ, ਅਸੀਂ ਦੇਖੋ ਐਸੇ ਸਟੱਡੀ ਕਰਕੇ ਆਏ ਹੋਣਗੇ ਨਾ। ਦਫ਼ਤਰ ਦੇ ਵਿੱਚ ਹੀ ਅਸੀਂ 3 ਦਿਨ ਸਾਰੀਆਂ ਯੂਨੀਅਨਾਂ ਨੂੰ ਬੁਲਾ ਕੇ, ਭਾਵੇਂ ਕੋਈ ਸਾਡੇ ਨਾਲ ਚੱਲਦੀ ਯੂਨੀਅਨ, ਭਾਵੇਂ ਕੋਈ ਸਾਡੇ ਖਿਲਾਫ ਚੱਲਦੀ, ਕਿਉਂਕਿ ਕਿਸਾਨਾਂ ਦੇ ਲੀਡਰ ਸਾਰਿਆਂ ਨੂੰ ਇੱਜ਼ਤ ਦਿੱਤੀ ਹੈ, ਸਾਰਿਆਂ ਕੋਲੇ ਬੈਠ ਕੇ
ਖੁੱਲ੍ਹਾ ਟਾਈਮ ਲਾ ਕੇ ਅਸੀਂ ਸਮਝਿਆ ਕਿ ਤੁਸੀਂ ਦੱਸੋ ਵੀ ਕੀ ਇਹਦੇ 'ਚ ਸੋਧ ਚਾਹੀਦੀ ਆ। ਸਾਰੇ ਐਕਟ ਅਸੀਂ ਇਕੱਲੇ ਇਕੱਲੇ ਉਹਨਾਂ ਦੇ ਸਾਹਮਣੇ ਰੱਖੇ ਵੀ ਕਿਹੜੀ ਕਲਾਜ਼ ਤੁਸੀਂ ਚਾਹੁੰਦੇ ਹੋ, ਕਿਵੇਂ ਚੇਂਜ ਕਰਨੀ, ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ। ਪਰ ਉਹਨਾਂ ਦਾ ਇਹੀ ਸੀ ਕਿ ਹਾਲੇ ਨਹੀਂ ਹੋਣੇ ਚਾਹੀਦੇ। ਠੀਕ ਹੈ, ਡੈਮੋਕ੍ਰੇਸੀ 'ਚ ਹੱਕ ਹੈ। ਤੇ ਅਸੀਂ ਉਹਨਾਂ ਦੀ ਮੰਗ ਨੂੰ ਰਿਸਪੈਕਟ ਦਿੱਤੀ ਕਿ ਠੀਕ ਹੈ, ਕਿਸਾਨ ਦੀ ਸੁਣਨੀ ਚਾਹੀਦੀ ਆ। ਜੇ ਉਹਦੇ ਵਾਸਤੇ ਕਾਨੂੰਨ ਬਣਨਾ, ਉਹ ਕਹਿੰਦਾ ਵੀ ਹਾਲੇ ਰੋਕੋ, ਤਾਂ ਰੋਕ ਲਓ, ਫਿਰ ਬਣ ਜਾਣਗਾ। ਅੱਗੇ 70 ਸਾਲ ਨਹੀਂ ਬਣਿਆ ਤਾਂ ਹੁਣ ਜੇ 6 ਮਹੀਨੇ ਨਹੀਂ ਬਣੇਗਾ ਤਾਂ ਕੋਈ ਉਹਦੇ ਨਾਲ ਕੋਈ ਪਹਾੜ ਤਾਂ ਨਹੀਂ ਨਿਕਲ ਲੱਗੇ। ਤੁਸੀਂ ਆਖਿਆ ਕਿ ਤੁਸੀਂ ਕੇਂਦਰ ਨੂੰ ਬੇਨਤੀ ਕੀਤੀ ਹੈ ਜਾਂ ਉਹਦੇ ਤੱਕ ਇਹ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਕਿਸਾਨਾਂ ਦੇ ਜਿਹੋ ਜਿਹੇ ਤੌਖਲੇ ਨੇ, ਜਿਹੋ ਜਿਹੇ ਉਹਨਾਂ ਨੂੰ ਖਦਸ਼ੇ ਨੇ, ਉਹ ਦੂਰ ਕੀਤੇ ਜਾਣ ਤੇ ਖੁੱਲ੍ਹੀ ਮੰਡੀ ਉਹਨਾਂ ਦੀ ਲੁੱਟ ਨੂੰ ਪ੍ਰਮੋਟ ਨਹੀਂ ਕਰੇਗੀ, ਉਹਨਾਂ ਦੀ ਲੁੱਟ ਨੂੰ ਦਾ ਸਬੱਬ ਨਹੀਂ ਬਣੇਗੀ ਜਦ ਤੱਕ ਉਹਨਾਂ ਨੂੰ ਇਹ ਭਰੋਸਾ ਨਹੀਂ ਹੋ ਜਾਂਦਾ। ਤੇ ਜੇ ਕੇਂਦਰ ਤੁਹਾਡੀ ਇਹ ਗੱਲ ਨਹੀਂ ਮੰਨਦਾ ਤੇ ਫਿਰ ਤੁਹਾਡਾ ਕੀ ਪੈਂਤੜਾ ਹੋਏਗਾ ਅਕਾਲੀ ਦਲ ਦਾ? ਖੁੱਲ੍ਹੀ ਮੰਡੀ ਤੇ ਤਾਂ ਆ ਜੇ ਕਾਂਗਰਸ ਦਾ ਮੈਨੀਫੈਸਟੋ ਲਾਗੂ ਹੁੰਦਾ। ਨਹੀਂ, ਪਰ ਬੀਜੇਪੀ ਕੇਂਦਰ ਵਿੱਚ ਜੇ ਸਾਰਾ ਮੰਡੀਕਰਨ ਦਾ ਢਾਂਚਾ ਜਿਹੜਾ ਉਹ ਕਾਇਮ ਰਹਿੰਦਾ, ਐਮਐਸਪੀ ਕਾਇਮ ਰਹਿੰਦੀ ਆ, ਐਮਐਸਪੀ ਤੇ ਗਰੰਟੀ ਦਿੰਦੀ ਹੈ ਸਰਕਾਰ ਕੇ ਪ੍ਰੋਕਿਉਰਮੈਂਟ ਜਿਵੇਂ ਹੁਣ ਹੁੰਦੀ ਆ ਪਰ ਕਿਤੇ ਵੀ ਉਹ ਹੁੰਦੀ ਰਵੇ ਤੇ ਫਿਰ ਉਹਨੂੰ ਖਤਰਾ ਨਹੀਂ। ਪਰ ਜੇ ਕਾਂਗਰਸ ਦਾ ਮੈਨੀਫੈਸਟੋ ਕਿਤੇ ਲਾਗੂ ਹੋ ਜਾਵੇ, APMC ਐਕਟ ਖਤਮ ਹੋ ਜਾਵੇ, ਜਿਵੇਂ ਇਹਨਾਂ ਨੇ ਆਪਣਾ ਪ੍ਰੋਮਿਸ ਕੀਤਾ ਸੀ ਤੇ ਜਿਵੇਂ ਅਮਰਿੰਦਰ ਸਿੰਘ ਹਰਾਂ ਨੇ ਚੇਂਜਸ ਕੀਤੀਆਂ, ਤੇ ਜੇ ਤੁਸੀਂ APMC ਐਕਟ ਖਤਮ ਕਰ ਦਿਓਗੇ ਤਾਂ ਫਿਰ ਲੁੱਟ ਜਿਹੜੀ ਕਿਸਾਨ ਦੀ 100% ਹੋਏਗੀ, ਉਹਦੇ 'ਚ ਕੋਈ ਦੋਰਾਮਾ ਨਹੀਂ। ਡਾਕਟਰ ਸਾਹਿਬ, ਉਹ ਤਾਂ ਜੇ ਹੈ, ਉਹਦੇ ਵਿੱਚ ਤੁਸੀਂ ਅੱਗੇ ਜੇ ਲਾਈ ਹੈ। ਜੇ ਤਾਂ ਇਸ ਕਰਕੇ ਰੁਕ ਗਈ, ਹੋਣਾ ਹੀ ਸੀ। ਜੇ ਹੁਣ ਕਾਂਗਰਸ ਦਾ ਰਾਜ ਆ ਜਾਂਦਾ ਤਾਂ ਹੁਣੇ ਸੀ। ਇਹ ਮੈਨੀਫੈਸਟੋ ਹੈ 2019 ਦਾ। ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਜੇ ਤੁਹਾਡੀ ਭਾਈਵਾਲ ਪਾਰਟੀ BJP, ਜਿਹਦੇ ਤੁਸੀਂ ਭਾਈਵਾਲ ਦਿੱਲੀ ਵਿੱਚ ਕੇਂਦਰ ਵਿੱਚ ਭਾਈਵਾਲ ਹੋ, ਤੇ ਜਿਨ੍ਹਾਂ ਨੂੰ ਤੁਸੀਂ ਇਹ ਬੇਨਤੀ ਕੀਤੀ ਹੈ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਕਿ ਕਿਸਾਨਾਂ ਦੇ ਤੌਖਲੇ ਪਹਿਲਾਂ ਦੂਰ ਕੀਤੇ ਜਾਣ, ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਕੀ ਤੁਹਾਡੇ, ਕਿਉਂਕਿ ਮੰਤਰਾਲਾ ਤੁਹਾਡੇ ਕੋਲੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਨੇ, ਤੇ ਕੀ ਮੰਤਰੀ ਹੋਣਾ ਤੇ ਕਿਸਾਨੀ ਹਿੱਤ ਨਾਲੋਂ ਨਾਲ ਨਿਭ ਸਕਣਗੇ? ਦੇਖੋ ਗੱਲ ਇਹ ਨਾ, ਪਹਿਲਾਂ ਤੇ ਹੈ ਕਿ ਐਕਟ ਆਉਣਾ, ਉੱਤੇ ਅਸੀਂ ਫੈਸਲਾ ਦੇਣਾ ਪਾਰਲੀਮੈਂਟ ਦੇ ਵਿੱਚ। ਇੱਕ ਆ ਗਿਆ ਐਸੈਂਸ਼ੀਅਲ ਕਮੋਡਿਟੀ ਐਕਟ, ਉਹਦੇ ਖਿਲਾਫ ਵੋਟ ਅਸੀਂ ਪਾਤੀ ਜੀ। ਦੂਜੇ ਅੱਜ ਆਉਣਗੇ, ਕੱਲ੍ਹ ਆਏ, ਜਦੋਂ ਵੀ ਪਾਰਲੀਮੈਂਟ ਪੇਸ਼ ਹੋਏ, ਵਿਪ ਜਾਰੀ ਹੋ ਗਿਆ, 100% ਉਹਦੇ ਖਿਲਾਫ ਅਸੀਂ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਾਂਗੇ। ਉੱਥੇ ਵੀ ਉਹਨਾਂ ਨੂੰ ਫਿਰ ਬੇਨਤੀ ਕਰਾਂਗੇ ਕਿ ਇਹ ਕਿਸਾਨਾਂ ਦਾ ਹਾਲੇ ਜਿੰਨੇ ਦੇਰ ਸ਼ੰਕੇ ਦੂਰ ਨਹੀਂ ਹੁੰਦੇ, ਇਹਨੂੰ ਰੋਕੋ, ਇਹਨੂੰ ਸਿਲੈਕਟ ਕਮੇਟੀ ਵੱਲ ਭੇਜੋ। ਜੇ ਉਹ ਨਹੀਂ ਸਾਡੀ ਗੱਲ ਮੰਨਣਗੇ ਫਿਰ ਅਸੀਂ ਉੱਥੇ ਅੱਜ ਫਿਰ ਵੋਟ ਇਹਦੇ ਖਿਲਾਫ ਜਿਹੜੀ ਹੈ ਉਹ ਪਾਵਾਂਗੇ ਜੀ। ਜਿਹੜੀ ਸਾਡੀ ਡਿਊਟੀ ਬਣਦੀ ਹੈ ਉਹ ਅਸੀਂ ਡਿਊਟੀ ਨਿਭਾਵਾਂਗੇ। ਅਸੀਂ ਕੋਈ ਇਹ ਨਹੀਂ, ਜੋ ਸਟੈਂਡ ਲਿਆ ਉਹਨੂੰ ਅਸੀਂ ਆਪਣੇ ਵਾਅਦੇ ਨੂੰ ਪੂਰਾ ਕਰਾਂਗੇ। ਅਸੀਂ ਨਾ ਭਗਵੰਤ ਮਾਨ ਨੂੰ ਭੱਜਾਂਗੇ, ਨਾ ਕਾਂਗਰਸ ਦੇ MP ਜਿਵੇਂ ਉਦੋਂ ਭੱਜ ਗਏ ਆ ਬਾਅਦ ਜਦੋਂ ਵੋਟਿੰਗ ਦਾ ਟਾਈਮ ਸੀ, ਉਸ ਤਰੀਕੇ ਨਹੀਂ ਕਰਾਂਗੇ। ਉਦੋਂ ਵੀ ਬੈਠ ਕੇ ਵੋਟ ਪਾਈ ਹੈ, ਅੱਜ ਵੀ ਖਿਲਾਫ ਵੋਟ, ਜੇ ਸਿਲੈਕਟ ਕਮੇਟੀ ਨੂੰ ਰਿਜ਼ਲਟ ਹੋਇਆ ਤਾਂ ਇਹਦੇ ਖਿਲਾਫ ਵੋਟ ਪਾਵਾਂਗੇ। ਸ਼ਾਮ ਨੂੰ ਅੱਜ ਪੇਸ਼ ਹੋ ਜਾਵੇ, ਕੱਲ੍ਹ ਪੇਸ਼ ਹੋ ਜਾਵੇ, ਤੁਸੀਂ ਕੈਮਰਾ ਲੈ ਕੇ ਸਾਡੇ ਕੋਲ ਆ ਜਾਓ ਕਿ ਪਾਈਏ ਕਿ ਨਹੀਂ ਪਾਈ। ਇਸ ਕਰਕੇ ਪਹਿਲਾ ਫੈਸਲਾ ਜਿਹੜਾ ਹੈ ਕਿ ਉਹਦੇ ਤੇ ਜਦੋਂ ਡਿਫਰੈਂਸ ਆਫ ਓਪੀਨੀਅਨ ਹੈ ਸਾਡਾ ਉਹਨਾਂ ਨਾਲ, ਅਸੀਂ ਕਨਵੇ ਵੀ ਕਰ ਦਿੱਤਾ, ਓਪਨਲੀ ਅਨਾਉਂਸ ਵੀ ਕਰ ਦਿੱਤਾ, ਵਿਪ ਵੀ ਜਾਰੀ ਕਰ ਦਿੱਤਾ। ਇਸ ਤੋਂ ਵੱਧ ਤਾਂ ਕੁਝ ਹੋ ਨਹੀਂ ਸਕਦਾ। ਵੋਟ ਰਹਿ ਗਈ ਹੈ, ਉਹ ਜਦੋਂ ਸਪੀਕਰ ਸਾਹਿਬ ਘੰਟੀ ਮਾਰਨਗੇ ਉਦੋਂ ਪੈਣੀ ਹੈ, ਜਦੋਂ ਹੋਏਗਾ ਟਾਈਮ। ਜੇ ਸਾਡੀ ਗੱਲ ਨਹੀਂ ਮੰਨੀ ਗਈ, ਵੋਟ ਖਿਲਾਫ ਪਾਵਾਂਗੇ ਜੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਸੋਚਦੇ ਰਹੇ ਨੇ ਕਿ ਜਿਹੜੀ BJP ਤੇ ਅਕਾਲੀ ਦਲ ਦੀ ਜੋ ਭਾਈਵਾਲੀ ਰਹੀ ਹੈ, ਲੰਬੇ ਸਮੇਂ ਤੋਂ ਰਹੀ ਹੈ ਭਾਈਵਾਲੀ, ਤੇ ਉਹ ਸੋਚਦੇ ਰਹੇ ਸਨ ਕਿ ਇਸ ਨਾਲ ਹਿੰਦੂ ਸਿੱਖ ਏਕਤਾ ਦਾ ਇੱਕ ਸੁਨੇਹਾ ਪੂਰੇ ਮੁਲਕ ਵਿੱਚ ਜਾਂਦਾ ਹੈ। ਤੇ ਹੁਣ ਉਹ ਜੇ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ, ਜਾਂ ਜਿਸ ਤਰ੍ਹਾਂ ਕੇਂਦਰ ਦਾ ਰੁਝਾਨ ਹੈ ਕਿ ਜਿਵੇਂ ਕਾਲੀ ਕਾਲੀ ਉਹ ਫੈਸਲੇ ਲੈ ਰਹੇ ਨੇ, ਤੇ ਖੇਤੀ ਆਰਡੀਨੈਂਸ ਇਸ ਵੇਲੇ ਇੰਨੀ ਸਾਨੂੰ ਕਾਲੀ ਵੀ ਕੀ ਸੀ ਕਿ ਹੁਣੇ ਲਿਆਂਦੇ ਜਾਂਦੇ ਕੋਵਿਡ ਵੇਲੇ, ਤਾਂ ਕਿ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਕਈ ਇਹ ਭਾਈਵਾਲੀ ਅਕਾਲੀ ਦਲ ਜੋ ਪੰਜਾਬ ਵਿੱਚ ਪਹਿਲਾਂ ਬਿੱਗ ਬ੍ਰਦਰ ਸੀ, ਵੱਡਾ ਵੀਰ ਸੀ BJP ਦਾ, ਕੀ ਤੁਹਾਨੂੰ ਸਥਿਤੀ ਹੁਣ ਵੀ ਉਵੇਂ ਜਿਵੇਂ ਲੱਗਦੀ ਹੈ, ਜਾਂ ਕੋਈ ਇਹਦੇ ਵਿੱਚ ਚਿੱਬ ਪਏਗਾ, ਇਹਨੂੰ ਠੇਸ ਲੱਗੇਗੀ ਜੇ BJP ਕਿਸਾਨੀ ਦੇ ਹਿੱਤਾਂ ਬਾਰੇ ਅਕਾਲੀ ਦਲ ਦੀ ਗੱਲ ਨਹੀਂ ਸੁਣਦੀ? ਦੇਖੋ, ਰਾਜਨੀਤੀ ਦੇ ਵਿੱਚ ਜਿਹੜੇ ਹੈਗੇ ਆ ਸਿਧਾਂਤਾਂ ਦੇ ਉੱਤੇ ਤੁਸੀਂ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਉਹ ਕੰਮ ਕਰਦੀਆਂ ਜੀ। ਅਕਾਲੀ ਦਲ ਅਲੱਗ ਪਾਰਟੀ ਹੈ, BJP ਅਲੱਗ ਪਾਰਟੀ ਹੈ। ਪਹਿਲਾਂ ਤਾਂ ਇੱਕ ਪਾਰਟੀ ਨਹੀਂ ਹੈ ਜਿਹਨੂੰ ਆਪਾਂ ਕਹੀਏ ਕਿ ਕੋਈ ਲੜਾਈ ਹੋ ਗਈ। ਹਮੇਸ਼ਾ ਜਦੋਂ ਵੱਖਰੀਆਂ ਵੱਖਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅਲਾਇੰਸ ਬਣਦਾ ਤੇ ਹਰ ਪਾਰਟੀ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ, ਹਰ ਪਾਰਟੀ ਦਾ ਆਪਣਾ ਪਾਲਿਸੀ ਪ੍ਰੋਗਰਾਮ ਹੁੰਦਾ, ਹਰ ਪਾਰਟੀ ਦਾ ਆਪਣਾ ਮੈਨੀਫੈਸਟੋ ਹੁੰਦਾ। ਇਸ ਕਰਕੇ ਡਿਫਰੈਂਸ ਆਫ ਓਪੀਨੀਅਨ ਅਲਾਇੰਸ ਦੇ ਵਿੱਚ ਹੋਣਾ ਇਹ ਡੈਮੋਕ੍ਰੇਸੀ ਦੀ ਬਿਊਟੀ ਹੈ। ਇਹਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇ ਸਾਡਾ ਹੱਕ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਉੱਤੇ ਸਹਿਮਤ ਨਹੀਂ ਹਾਂ
ਤੇ ਅਸੀਂ ਡਿਫਰ ਕਰੀਏ, ਅਸੀਂ ਆਪਣਾ ਅਲੱਗ ਆਪਣੀ ਹੋਂਦ ਦੇ ਮੁਤਾਬਕ ਆਪਣਾ ਫੈਸਲਾ ਦਈਏ। ਔਰ ਉਹਨਾਂ ਦੀ ਵੀ ਇਸ ਗੱਲ ਦੇ ਵਿੱਚ ਉਹਨਾਂ ਨੂੰ ਜਿਹੜਾ ਇਸੇ ਤਰੀਕੇ ਨਾਲ ਲੈਣਾ ਚਾਹੀਦਾ ਕਿ ਉਹਨਾਂ ਦਾ ਹੱਕ ਹੈ, ਜੇ ਉਹ ਕਿਸਾਨੀ ਨੂੰ ਸਟੇਟ ਰਿਪਰੈਜ਼ੈਂਟ ਕਰਦੀ ਹੈ ਪਾਰਟੀ, ਕਿਸਾਨੀ ਮੂਲ ਜਿਹੜਾ ਬੇਸ ਹੈ ਕਿਸਾਨੀ ਸਾਡਾ, ਤੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਫੈਸਲਾ ਲਿਆ ਤੇ ਉਹਨਾਂ ਦਾ ਰਾਈਟ ਹੈ, ਉਹ ਵੀ ਇਸ ਗੱਲ ਨੂੰ ਅਕਨੌਲੇਜ ਕਰਦੇ ਵੀ ਹੈ ਔਰ ਮੇਰਾ ਖਿਆਲ ਕਰਨਗੇ। ਹੁਣ ਬਾਕੀ ਇਹ ਹੈ ਕਿ ਇਸ ਅਲਾਇੰਸ ਦੇ ਨਾਲ ਜੋ ਪੰਜਾਬ ਨੂੰ ਫਾਇਦਾ ਹੋਇਆ, ਜੋ ਦੇਸ਼ ਨੂੰ ਫਾਇਦਾ ਹੋਇਆ, ਜੋ ਭਾਈਚਾਰਕ ਸਾਂਝ ਨੂੰ ਫਾਇਦਾ ਹੋਇਆ, ਜੋ ਜਿਹੜੀ ਹੈਗੀ ਆ ਪੁਰਾਣੇ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਨਹੀਂ ਸੀਗੇ ਹੱਲ ਹੁੰਦੇ ਉਹ ਹੱਲ ਹੋਏ, ਉਹ ਔਨ ਰਿਕਾਰਡ ਆ। ਇੱਕ ਫੈਸਲੇ ਦੇ ਨਾਲ ਇਹ ਨਹੀਂ ਕਿ ਸਾਰੀਆਂ ਚੀਜ਼ਾਂ ਤੁਸੀਂ ਭੁੱਲ ਜਾਓ। ਥੈਂਕਲੈਸ ਨਾ ਅਸੀਂ ਹੋ ਸਕਦੇ ਨਾ ਉਹ ਹੋ ਸਕਦੇ। ਮਸਲਨ ਕਿਹੜੇ ਫਾਇਦੇ ਬਣਾ ਰਹੇ ਹੋ ਪੰਜਾਬ ਨੂੰ ਦੇਖੋ, ਤੁਸੀਂ? ਜੇ ਪੰਜਾਬ ਨੂੰ ਕੋਈ ਇਕਨੋਮਿਕ ਪ੍ਰੋਸਪੈਰਿਟੀ ਵਾਲੇ ਪਾਸੇ ਲੈ ਕੇ ਗਏ ਆ ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀਆਂ ਸਰਕਾਰਾਂ ਹੀ 1997 ਤੋਂ ਵਾਜਪੇਈ ਸਾਹਿਬ ਤੋਂ ਤੁਸੀਂ ਲੈ ਲਓ, ਆ ਰਿਫਾਈਨਰੀਆਂ ਪੰਜਾਬ 'ਚ ਕਿੰਨੇ ਦੇਣੀਆਂ ਸੀ, ਕਿੰਨੇ ਕੁ ਪ੍ਰੋਜੈਕਟ ਪਿੱਛੇ ਪਹਿਲਾਂ 60-65 ਸਾਲ 'ਚ ਦਿੱਤੇ ਸੀ। ਜੋ ਕੁਝ ਦਿੱਤਾ ਹੈਗਾ ਉਹਦੇ 'ਚ ਵੀ ਉਹਨੂੰ ਵੀ ਐਕਨੋਲੇਜ ਕਰਨਾ ਚਾਹੀਦਾ। ਜਿੰਨਾ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਕ੍ਰੀਏਟ ਹੋਇਆ, ਚਾਹੇ ਪਾਵਰ ਦੇ ਵਿੱਚ ਇਹਨੂੰ ਸੈਲਫ ਸਫੀਸ਼ੀਐਂਟ ਕੀਤਾ, ਤਾਂ ਇਹ ਸਾਡੀਆਂ ਸਰਕਾਰਾਂ ਦਾ ਔਰ ਕੇਂਦਰ ਦੀ ਭਾਈਵਾਲੀ ਦਾ ਹੀ ਨਤੀਜਾ। ਜੇ ਸਿੱਖਾਂ ਦੇ ਕਰਤਾਰਪੁਰ ਸਾਹਿਬ ਵਰਗੇ ਕੋਰੀਡੋਰ ਦੇ ਜਿਹੜੇ ਮਸਲੇ ਹੱਲ ਹੋਏ ਆ, ਸੱਜਣ ਕੁਮਾਰ ਵਰਗੇ ਨੂੰ ਅੰਦਰ ਦਿੱਤਾ, 84 ਵਾਲਿਆਂ ਦੇ ਬਾਕੀਆਂ ਦੇ ਕੇਸ ਖੁੱਲ੍ਹੇ ਆ, ਤੇ ਇਹ ਇਹਨਾਂ ਸਰਕਾਰਾਂ ਦਾ ਇਹਦੇ 'ਚ ਯੋਗਦਾਨ ਹੈ। ਜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਹੋਈ ਹੈ, ਜੋ ਮਾਹੌਲ ਸਿੱਖਾਂ ਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਕਾਂਗਰਸ ਨੇ ਬਣਾਤਾ ਸੀ 90s ਦੇ ਵਿੱਚ, ਉਹਦੇ ਇੱਕ ਸਟੇਬਿਲਿਟੀ ਸਾਡੇ ਪੰਜਾਬ ਦੇ ਵਿੱਚ ਦੁਬਾਰਾ ਆਈ ਹੈ, ਤੇ ਇਹਨਾਂ ਚੀਜ਼ਾਂ ਦਾ ਰੋਲ ਹੈ, ਇਹ ਮੰਨਣਾ ਪਊਗਾ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਕਰਕੇ ਇਹ ਨਹੀਂ ਕਿ ਜੇ ਕਿਤੇ ਡਿਫਰੈਂਸ ਆਫ ਓਪੀਨੀਅਨ ਹੋ ਜਾਏ ਤੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਰੱਦ ਕਰ ਦਈਏ, ਇਹ ਵੀ ਨਹੀਂ ਹੁੰਦਾ ਕਦੇ। ਨਹੀਂ, ਮੈਚਿਓਰਟੀ ਨਾਲ ਹੀ ਚੱਲਣਾ ਪੈਂਦਾ। ਅੱਗੋਂ ਜਦੋਂ ਸਮਾਂ ਆਏਗਾ ਫਿਰ ਜਿੱਥੇ ਸਾਨੂੰ ਪੰਜਾਬ ਦੇ ਵਾਸਤੇ, ਪੰਜਾਬ ਦੇ ਹਿੱਤਾਂ ਦੇ ਵਾਸਤੇ, ਕਿਸਾਨੀ ਵਾਸਤੇ, ਬਾਕੀ ਚੀਜ਼ਾਂ ਵਾਸਤੇ ਪਹਿਰੇ ਦੇਣ ਦੀ ਲੋੜ ਆ, ਉਹ ਅਸੀਂ ਆਪਣੀ ਥਾਂ 'ਤੇ ਦੇ ਦੇਵਾਂਗੇ। ਜਿੱਥੇ ਉਹਨਾਂ ਦਾ ਆਪਣਾ ਵਿਚਾਰਧਾਰਾ ਉਹ ਆਪਣੇ ਹਿਸਾਬ ਨਾਲ ਕੰਮ ਕਰਨਗੇ, ਜਿੱਥੇ ਸਾਨੂੰ ਠੀਕ ਲੱਗੇਗੀ ਅਸੀਂ ਹਾਮੀ ਭਰਾਂਗੇ, ਜਿੱਥੇ ਨਹੀਂ ਲੱਗਦੀ ਉੱਥੇ ਡਿਫਰ ਕਰਨ ਦਾ ਸਾਡਾ ਰਾਈਟ। ਚੋਣਾਂ ਵਿੱਚ 1.5 ਸਾਲ ਰਹਿ ਗਿਆ। ਮੇਰਾ ਫਿਰ ਆਰਡੀਨੈਂਸਿਸ ਤੇ ਅਕਾਲੀ ਬੀਜੇਪੀ ਦੇ ਗੱਠਜੋੜ 'ਤੇ ਸਵਾਲ ਹੈ ਫਿਰ ਹੈ ਕਿ ਜੇ ਤੁਹਾਡੀਆਂ ਜਿਹੜੀਆਂ ਬੇਨਤੀਆਂ ਨੇ, ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਤੁਸੀਂ ਬੇਨਤੀ ਕਰ ਰਹੇ ਹੋ ਕੇਂਦਰ ਸਰਕਾਰ ਨੂੰ, ਸ਼੍ਰੋਮਣੀ ਅਕਾਲੀ ਦਲ ਬੇਨਤੀ ਕਰ ਰਿਹਾ, ਅਤੇ ਜੇ ਉਹਨਾਂ 'ਤੇ ਬੀਜੇਪੀ ਜਿਹੋ ਜਿਹਾ ਕਿ ਹੁਣ ਤੱਕ ਕੇਂਦਰ ਦਾ ਰੁਝਾਨ ਰਿਹਾ, ਇੱਕ ਪਾਸੜ ਫੈਸਲੇ ਰਹੇ ਨੇ ਉਹਨਾਂ ਦੇ, ਆਪਾਂ ਚੁੱਕ ਕੇ ਜਿੰਨੇ ਵੀ ਫੈਸਲੇ ਦੇਖੀਏ, ਤੇ ਕੀ ਸ਼੍ਰੋਮਣੀ ਅਕਾਲੀ ਦਲ ਕਿਸੇ ਹੋਰ ਪਾਰਟੀ ਨਾਲ ਜਾ ਸਕਦਾ? ਨਹੀਂ, ਹਾਲੇ ਅੱਜ ਦੀ ਸਥਿਤੀ ਦੇ ਵਿੱਚ ਕੋਈ, ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਦੂਜੀ ਪਾਰਟੀ ਵੀ ਕਿਹੜੀ ਹੈ, ਕਾਂਗਰਸ ਹੈ, ਜਿਹਨੇ ਸਾਡਾ ਹਰਿਮੰਦਰ ਸਾਹਿਬ ਵੀ ਢਾਇਆ, ਜਿਹਨੇ ਅਕਾਲ ਤਖਤ ਸਾਹਿਬ 'ਤੇ ਵੀ ਜਿਹੜੀ ਹੈ ਟੈਂਕਾਂ ਦੇ ਤੋਪਾਂ ਦੇ ਨਾਲ ਹਮਲਾ ਕੀਤਾ, ਜਿਹਨੇ 1984 ਦਾ ਕਤਲੇਆਮ ਵੀ ਕੀਤਾ। ਜੇ ਆਪਾਂ ਸਮਝ ਲਈਏ ਕਿ ਇਹਦੇ ਨਾਲ ਉਹ ਬੈਟਰ ਹੈ ਤਾਂ ਉਹ ਵੀ ਸਾਡੀ ਗਲਤੀ ਨਹੀਂ। ਇਸ ਕਰਕੇ ਹਾਲੇ ਅੱਜ ਇਹਨਾਂ ਚੀਜ਼ਾਂ ਦਾ ਸਮਾਂ ਨਹੀਂ, ਔਰ ਨਾ ਮੈਂ ਇਕੱਲੇ ਦੇ ਫੈਸਲੇ ਕਰ ਦੇਣੇ। ਇਹਦੇ ਵਾਸਤੇ ਪਾਰਟੀ ਦੀ ਬੈਠੀ ਜਿਹੜੀ ਹੈ ਵਰਕਿੰਗ ਕਮੇਟੀ ਵੀ ਹੈ, ਕੋਰ ਕਮੇਟੀ ਵੀ ਹੈ। ਜਦੋਂ ਇਸ਼ੂਜ਼ ਆਉਂਦੇ ਆ ਬੈਠ ਕੇ ਪਾਰਟੀ ਆਪਣਾ ਚੰਗਾ ਮਾੜਾ ਵਿਚਾਰਦੀ ਹੈ, ਉਹ ਪਾਰਟੀ ਨੇ ਸਾਰਿਆਂ ਦੀ ਰਾਏ ਨਾਲ ਫੈਸਲੇ ਕਰਨੇ ਹੁੰਦੇ। ਪਰ ਇੱਕ ਡਿਫਰੈਂਸ ਆਫ ਓਪੀਨੀਅਨ ਨਾਲ ਇਹ ਨਹੀਂ ਹੁੰਦਾ ਕਿ ਸਾਰਾ ਕੁਝ ਖਤਮ ਹੋ ਜਾਂਦਾ। ਇਸ ਕਰਕੇ ਚੱਲਦਾ ਰਹਿੰਦਾ, ਕੰਟੀਨਿਊਸ ਰਾਜਨੀਤੀ ਹੈ। ਆਪਣਾ ਅਸੂਲਾਂ ਦੇ ਮੁਤਾਬਕ ਚੱਲਣਾ, ਆਪਣੇ ਸਿਧਾਂਤਾਂ ਦੇ ਮੁਤਾਬਕ ਚੱਲਣਾ, ਆਪਣੇ ਜੋ ਤੁਹਾਡਾ ਪਾਲਿਸੀ ਪ੍ਰੋਗਰਾਮ ਹੈ ਉਹਦੇ ਮੁਤਾਬਕ ਪਹਿਰਾ ਦੇਣਾ, ਇਹ ਡੈਮੋਕ੍ਰੇਸੀ ਦੇ ਵਿੱਚ ਇੱਕ ਪਾਰਟੀ ਦਾ ਰੋਲ ਹੁੰਦਾ। ਇਸ ਵੇਲੇ ਤੁਸੀਂ ਮੁਲਕ ਵਿੱਚ ਖੇਤਰੀ ਪਾਰਟੀਆਂ ਦੀ ਕਿੰਨੀ ਕੁ ਰੈਲੇਵੈਂਸ ਮੰਨਦੇ ਹੋ? ਨਹੀਂ, ਦੇਖੋ, ਰੈਲੀਵੈਂਸ ਖੇਤਰੀ ਪਾਰਟੀਆਂ ਦੀ ਸਮੇਂ ਦੇ ਮੁਤਾਬਕ ਜਿਹੜੀ ਹੈਗੀ ਆ, ਪਹਿਲਾਂ ਬਹੁਤ ਵੱਡਾ ਰੋਲ ਹੁੰਦਾ ਸੀ। ਮੰਨਣਾ ਪਏਗਾ ਕਿ ਜਿਹੜੀਆਂ ਖੇਤਰੀ ਪਾਰਟੀਆਂ ਜੋ ਅੱਜ ਤੋਂ ਕੁਝ ਸਾਲ ਪਹਿਲਾਂ ਸੀ, ਸਾਰੀਆਂ ਸਟੇਟਾਂ ਦੇ ਵਿੱਚ ਉਸ ਲੈਵਲ ਦੇ ਉੱਤੇ ਪਾਰਟੀਆਂ ਨਹੀਂ, ਬਹੁਤ ਸਾਰੇ ਜਿਹੜੀਆਂ ਵੱਡੀਆਂ ਪਾਰਟੀਆਂ ਦਾ ਉਭਾਰ ਹੋਇਆ। ਬੜੀਆਂ ਚੇਂਜਸ ਆਈਆਂ ਰਾਜਨੀਤੀ ਦੇ ਵਿੱਚ। ਵੱਡੀ ਨੈਸ਼ਨਲ ਪਾਰਟੀ ਕਾਂਗਰਸ ਪਾਰਟੀ ਸੀ, ਖਤਮ ਹੋਣ ਕਿਨਾਰੇ ਪਹੁੰਚ ਗਈ। ਇਸ ਕਰਕੇ ਡੈਮੋਕ੍ਰੇਸੀ ਦੇ ਵਿੱਚ ਬਦਲਾਅ ਤਾਂ ਆਉਂਦੇ ਰਹਿੰਦੇ। ਕਦੀ ਖੇਤਰੀ ਪਾਰਟੀਆਂ ਦੀ ਜਿਹੜੀ ਭੂਮਿਕਾ ਹੈ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕਾਂ ਦੇ ਮਸਲੇ ਆ, ਖੇਤਰੀ ਮਸਲੇ ਆ, ਭਾਸ਼ਾਈ ਮਸਲੇ ਆ, ਜਿਵੇਂ ਪਹਿਰਾ ਉਹਦੇ 'ਤੇ ਖੇਤਰੀ ਪਾਰਟੀਆਂ ਦੇ ਸਕਦੀਆਂ, ਨੇੜੇ ਹੋ ਕੇ ਲੋਕਾਂ ਦੇ ਵਿਚਰ ਸਕਦੀਆਂ, ਉਹ ਇੱਕ ਆਪਣੇ ਇੱਕ ਰੈਕੋਗਨਾਈਜ਼ਡ ਹੈ ਉਹ ਰੋਲ ਜਿਹੜਾ ਦੇਸ਼ ਦੇ ਇਤਿਹਾਸ ਦੇ ਵਿੱਚ। ਇਸ ਕਰਕੇ ਇਹ ਮਾੜਾ ਮੋਟਾ ਅਪਸ ਐਂਡ ਡਾਊਨ ਹੁੰਦੀਆਂ ਰਹਿੰਦੀਆਂ, ਲੇਕਿਨ ਖੇਤਰੀ ਪਾਰਟੀਆਂ ਦਾ ਰੋਲ ਜਿਹੜਾ ਇਹਨੂੰ ਕਦੇ ਵੀ ਤੁਸੀਂ ਮਨਫੀ ਨਹੀਂ ਕਰ ਸਕਦੇ। ਲੋਕਾਂ ਦੀਆਂ ਆਸ਼ਾਵਾਂ ਦੇ ਨਾਲ, ਲੋਕਾਂ ਦੇ ਨੇੜੇ ਹੋ ਕੇ ਵਿਚਰਨਾ ਖੇਤਰੀ ਪਾਰਟੀਆਂ ਜੋ ਕਰ ਸਕਦੀ ਹੈ, ਜੀ ਜੀ, ਉਹ ਅਲੱਗ ਰੋਲ। ਅਖੀਰ ਵਿੱਚ ਫਿਰ ਇਹੋ ਹੀ ਕਿ
ਇਹ ਕਿਉਂਕਿ ਖੇਤੀ ਆਰਡੀਨੈਂਸ ਸਿਰਫ ਕਿਸਾਨੀ ਨਾਲ ਸੰਬੰਧਿਤ ਨਹੀਂ ਹਨ, ਸਮਾਜ ਦਾ ਹਰੇਕ ਵਰਗ, ਸੋਸਾਇਟੀ ਦਾ ਹਰੇਕ ਵਰਗ ਇਹਦੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ। ਜੋ ਇਹਦਾ ਵਿਸ਼ਲੇਸ਼ਣ ਲੋਕ ਪੱਖੀ ਲੀਡਰ ਕਰ ਰਹੇ ਨੇ, ਬੁੱਧੀਜੀਵੀ ਚਿੰਤਕ ਕਰ ਰਹੇ ਨੇ, ਉਹਨਾਂ ਦਾ ਕਹਿਣਾ ਕਿ ਛੋਟਾ ਦੁਕਾਨਦਾਰ, ਆੜ੍ਹਤੀਏ ਤਾਂ ਸੰਘਰਸ਼ ਵਿੱਚ ਆ ਹੀ ਗਏ ਨੇ, ਕਿਸਾਨੀ ਨਾਲ ਸੜਕਾਂ 'ਤੇ ਆ ਗਏ ਨੇ, ਛੋਟਾ ਦੁਕਾਨਦਾਰ ਪੂਰੀ ਪਿੰਡ ਦੀ ਸਿਵਲਾਈਜੇਸ਼ਨ ਨੂੰ ਕਹਿੰਦੇ ਨੇ ਇਹ ਖਾ ਜਾਏਗਾ। ਅਤੇ ਫਾਈਨਲੀ ਤੁਹਾਡਾ ਇਹਨਾਂ ਆਰਡੀਨੈਂਸਿਸ 'ਤੇ ਅਤੇ ਕਿਸਾਨੀ ਦੇ ਅਤੇ ਪੇਂਡੂ ਪੰਜਾਬ ਦੇ ਹੱਕ 'ਚ ਕੀ ਪੈਂਤੜਾ ਹੈ ਫਾਈਨਲ? ਸਾਡਾ ਤਾਂ ਇਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਮਹੱਤਵ ਹੈ ਕਿ ਜਿਨ੍ਹਾਂ ਵਰਗਾਂ ਵਾਸਤੇ ਕੋਈ ਚੀਜ਼ ਬਣਾਈ ਜਾਂਦੀ ਹੈ ਉਹਨਾਂ ਦੇ ਨਾਲ ਪ੍ਰੋਪਰਲੀ ਡਿਸਕਸ ਹੋ ਜੀ। ਕੰਸਲਟੇਸ਼ਨ ਪ੍ਰੋਸੈਸ ਨੂੰ ਹੋਰ ਬੈਟਰ ਤੇ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ। ਤੁਹਾਨੂੰ ਲੱਗਦਾ ਕੇਂਦਰੀ ਫੀਲ ਇਹ ਕਰ ਰਿਹਾ, ਇਸ ਰਾਹ ਤੇ ਚੱਲ ਰਿਹਾ? ਪੁਰਾਣੇ ਵੇਲੇ ਹੁੰਦਾ ਸੀ, ਅੰਗਰੇਜ਼ਾਂ ਦੇ ਵੇਲੇ ਕਿ ਐਕਟ ਬੜੀ ਦੇਰ ਡਿਬੇਟ ਹੁੰਦੀ ਸੀ, ਉਹ ਪ੍ਰਥਾ ਬੈਟਰ ਹੈ। ਸਾਨੂੰ ਇਹ ਜਦੋਂ ਵੀ ਕੋਈ ਐਕਟ ਬਣਨਾ ਹੈ, ਜਿਨ੍ਹਾਂ ਲੋਕਾਂ ਵਾਸਤੇ ਬਣਨਾ, ਪ੍ਰੋਪਰਲੀ ਪਬਲਿਸਾਈਜ਼ ਹੋਣ। ਇਹ ਸਟੇਟਾਂ ਵਿੱਚ ਵੀ ਲਾਗੂ ਹੋਣਾ ਚਾਹੀਦਾ। ਸਟੇਟਾਂ ਦੇ ਵਿੱਚ ਵੀ ਘਟ ਗਿਆ ਕੰਮ, ਉੱਥੇ ਵੀ ਮੌਕੇ 'ਤੇ ਆ ਕੇ ਕਾਪੀ ਐਮਐਲਏ ਨੂੰ ਫੜਾਈ ਜਾਂਦੀ ਹੈ ਤੇ 5 ਮਿੰਟਾਂ ਬਾਅਦ ਪਾਸ ਹੋ ਜਾਂਦੀ ਹੈ। ਕਿਸੇ ਨੇ ਨਹੀਂ ਪੜ੍ਹਿਆ। ਇੱਥੇ ਆਰਡੀਨੈਂਸ ਨੂੰ ਅਸੀਂ ਗਲਤ ਕਹਿੰਦੇ ਹੁੰਦੇ ਸੀ, ਪਰ ਆਰਡੀਨੈਂਸ ਕਰਕੇ ਹੀ ਸ਼ਾਇਦ ਇੰਨੀ ਡਿਬੇਟ ਹੋ ਗਈ। ਜੇ ਸਿੱਧਾ ਪਾਰਲੀਮੈਂਟ 'ਚ ਆਉਂਦਾ ਤੇ ਪਾਸ ਹੋ ਜਾਂਦਾ ਤਾਂ ਸ਼ਾਇਦ ਬਹੁਤੇ ਐਮਪੀਆਂ ਨੂੰ ਪਤਾ ਵੀ ਨਹੀਂ ਹੋਣਾ ਸੀ ਵੀ ਕਿਹੜਾ ਐਕਟ ਹੈ ਤੇ ਕਦੋਂ ਅਸੀਂ ਪਾਸ ਕਰ ਲਿਆ। ਇਸ ਕਰਕੇ ਡਿਬੇਟ ਹੋਣੀ ਚਾਹੀਦੀ ਹੈ। ਡਿਬੇਟ ਦੇ ਵਿੱਚੋਂ ਬੜਾ ਕੁਝ ਨਿਕਲਦਾ ਔਰ ਲੋਕਾਂ ਦੀ ਭਾਵਨਾ ਨੂੰ ਵੈਲਿਊ ਦੇਣੀ ਚਾਹੀਦੀ ਹੈ। ਇਹਦੇ ਨਾਲ ਹੀ ਡੈਮੋਕ੍ਰੇਸੀ ਜਿਹੜੀ ਆ ਉਹ ਸਟਰੈਂਥਨ ਹੋ ਸਕਦੀ ਜੀ। ਡਾਕਟਰ ਦਲਜੀਤ ਸਿੰਘ ਚੀਮਾ ਜੀ, ਤੁਸੀਂ ਸਾਨੂੰ ਟੀਵੀ ਪੰਜਾਬ ਲਈ ਇੰਨਾ ਕੁ ਸਮਾਂ ਦਿੱਤਾ ਆਪਣੇ ਕੀਮਤੀ ਸਮੇਂ ਵਿੱਚੋਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਗੱਲਬਾਤ ਦਾ ਇਹ ਰਾਬਤਾ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਫੀਡ ਦਿੱਤੀ ਹੋਈ ਬੈਲ ਆਈਕਨ ਨੂੰ ਬਟਨ ਦਬਾਓ। ਸਤਿ ਸ਼੍ਰੀ ਅਕਾਲ।